ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਸ਼ਬਦ ਦੇ ਅਰਥ ਕਰਾਂਗੇ। ਸਿਰ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰੂ, ਛੋੜ ਸਗਲ ਵਿਕਾਰ। ਜਿੰਤੂ ਸਾਜ ਸਵਾਰਿਆ, ਹਰ ਸਿਮਰ ਹੋਏ ਉਦਾਰ। ਜਪ ਮਨ ਨਾਮ ਏਕ ਅਪਾਰ, प्राण मन तन जिने दिया। हृदय का आधार रहाओ, काम क्रोध अहंकार। माते व्याप्या संसार, पौ संत सरनी लाग। चरनी मिटे दुख अंधार, सत संतोख दया कमावे। ए करनी सार, आप छोड़ सब होए रहना। जिस दे प्रभु निरंकार, ज्योति से सो सगल तू है। पसरिया पसार, कौ नानक गुर परम काटिया। सगल ब्रह्म विचार, जोधी से सो सगल तू है। पसरिया पसार, कौ नानक गुर परम काटिया। सगल ब्रह्म विचार। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਪਰਮਾਤਮਾ ਦਾ ਧਨ ਨਾਮ ਇਕੱਠਾ ਕਰ, ਆਪਣੇ ਗੁਰੂ ਦਾ ਆਦਰ ਸਤਿਕਾਰ ਹਿਰਦੇ ਵਿੱਚ ਵਸਾ ਅਤੇ ਸਾਰੇ ਵਿਕਾਰਾਂ ਨੂੰ ਛੱਡ ਦੇ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰਕੇ ਸਵਾਰਿਆ ਹੈ, ਉਸ ਦੇ ਸਿਮਰਨ ਨਾਲ ਹੀ ਤੇਰਾ ਪਾਰ ਉਤਾਰਾ ਹੋਏਗਾ। ਹੇ ਮਨ, ਉਸ ਇੱਕ ਪਾਰ ਬ੍ਰਹਮ ਪਰਮਾਤਮਾ ਦਾ ਨਾਮ ਜਪ, ਜਿਸ ਨੇ ਤੈਨੂੰ ਪ੍ਰਾਣ, ਮਨ ਅਤੇ ਤਨ ਪ੍ਰਦਾਨ ਕੀਤੇ ਹਨ ਅਤੇ ਜੋ ਸਭ ਦੇ ਹਿਰਦੇ ਦਾ ਆਧਾਰ ਹੈ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਇਹ ਸੰਸਾਰ ਵਿਆਪਿਆ ਹੋਇਆ ਹੈ, ਭਾਵ ਜੋ ਸੰਸਾਰਿਕਤਾ ਵਿੱਚ ਮਗਨ ਹੋਏ ਫਿਰਦੇ ਹਨ, ਉਹ ਅਸਲ ਵਿੱਚ ਕਾਮ, ਕ੍ਰੋਧ ਅਤੇ ਹੰਕਾਰ ਵਿੱਚ ਮਸਤ ਫਿਰਦੇ ਹਨ। ਇਹਨਾਂ ਵਿਕਾਰਾਂ ਤੋਂ ਬਚਣ ਲਈ ਹੇ ਭਾਈ, ਗੁਰੂ ਦੀ ਸ਼ਰਨ ਪਾਓ, ਗੁਰੂ ਦੀ ਚਰਨੀ ਲੱਗ। ਗੁਰੂ ਦਾ ਆਸਰਾ ਲਿਆ ਹੀ ਅਗਿਆਨਤਾ ਦਾ ਕੁੱਪ, ਹਨੇਰਾ ਰੂਪ ਦੁੱਖ ਮਿਟ ਜਾਂਦਾ ਹੈ। ਜਿਹੜਾ ਭਾਗਾਂ ਵਾਲਾ ਗੁਰਮੁਖ ਸੇਵਾ, ਸੰਤੋਖ ਅਤੇ ਦਇਆ ਦੀ ਕਮਾਈ ਕਮਾਉਂਦਾ ਹੈ, ਉਹੀ ਸ੍ਰੇਸ਼ਟ ਕਰਨੀ ਹੈ। ਜੇ ਉਹ ਸਤ, ਸੰਤੋਖ ਅਤੇ ਦਇਆ ਆਦਿ ਗੁਣਾਂ ਨੂੰ ਅਰਜਿਤ ਕਰੇ, ਜਿਸ ਉੱਤੇ ਉਹ ਨਿਰੰਕਾਰ ਪ੍ਰਭੂ ਕਿਰਪਾ ਕਰਦਾ ਹੈ, ਉਹ ਆਪਣੇਪਨ ਦੀ ਭਾਵਨਾ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਹੈ ਅਤੇ ਤੇਰਾ ਹੀ ਖਿਲਾਰਿਆ ਹੋਇਆ ਇਹ ਸਾਰਾ ਸੰਸਾਰ ਦਾ ਪਸਾਰਾ ਦਿਸਦਾ ਹੈ। ਗੁਰੂ ਦੇ ਸੰਪਰਕ ਵਿੱਚ ਜਾਣ ਨਾਲ ਉਸਨੇ ਭਰਮ ਨੂੰ ਖਤਮ ਕਰ ਦਿੱਤਾ ਹੈ। ਉਸ ਦੇ ਫਲਸਰੂਪ ਹੁਣ ਸਰਬਤਰ ਬ੍ਰਹਮ ਹੀ ਰਹਿ ਗਿਆ ਹੈ ਔਰ ਫਿਰ ਉਸ ਦਾ ਵਿਚਾਰ ਫੁਰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਨੁੱਖ ਨੂੰ ਪ੍ਰੇਰਨਾ ਦਿੰਦੇ ਹਨ ਅਤੇ ਕਹਿੰਦੇ ਹਨ, ਹੇ ਮਨੁੱਖ, ਸਤਿਗੁਰ ਨਾਲ ਜੁੜ ਕੇ ਆਪਣੇ ਅੰਦਰੋਂ
ਵਿਕਾਰਾਂ ਨੂੰ ਕੱਢ ਦੇ ਅਤੇ ਆਤਮਿਕ ਗਿਆਨ ਰਾਹੀਂ ਆਪਣੇ ਅੰਦਰ ਗੁਣ ਪੈਦਾ ਕਰ। ਵਿਕਾਰਾਂ ਤੋਂ ਬਚਣ ਦਾ ਤਰੀਕਾ ਇੱਕੋ ਹੀ ਹੈ ਅਤੇ ਉਹ ਹੈ ਜਿੰਤੂ ਸਾਜ ਸਵਾਰਿਆ ਹਰ ਹੋਏ ਸਿਮਰ ਉਧਾਰ। ਭਾਵ ਜਿਸ ਕਰਤੇ ਹਰ ਨੂੰ ਤੈਨੂੰ ਬਣਾਇਆ ਹੈ, ਸਵਾਰਿਆ ਹੈ, ਉਸ ਨੂੰ ਆਪਣੇ ਹਿਰਦੇ ਵਿੱਚ, ਮਨ ਵਿੱਚ ਚੇਤੇ ਰੱਖ। ਯਾਨੀ ਉਸ ਦਾ ਧਿਆਨ ਤੇਰੇ ਅੰਦਰ ਗੁਣਾਂ ਦੇ ਰੂਪ ਵਿੱਚ ਰਚ ਜਾਏ। ਇਸ ਲਈ ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੇ ਦਿਆ, ਹਿਰਦੇ ਕਾ ਆਧਾਰ ਰਹਾਓ। ਉਹ ਪਰਮੇਸ਼ਰ ਦੀ ਆਗਿਆ ਵਿੱਚ ਆ ਜਾ। ਕਿਵੇਂ? ਉਸ ਦਾ ਨਾਮ ਗਿਆਨ ਨੂੰ ਜਪ ਕੇ, ਭਾਵ ਸਮਝ ਕੇ, ਆਪਣੇ ਆਪ ਨੂੰ ਉਸ ਵਿੱਚ ਢਾਲ ਕੇ। ਗੁਰੂ ਜੀ ਦੱਸਦੇ ਹਨ ਕਿ ਉਹ ਗੁਣ ਕਿਹੜੇ ਹਨ ਜੋ ਗੁਰ ਰਾਹੀਂ ਆਤਮਿਕ ਗਿਆਨ ਦੇ ਮਿਲਿਆ ਧਾਰਨ ਕਰਨੇ ਹਨ। ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ, ਆਪ ਛੋੜ ਸਭ ਹੋਏ ਰਹਿਣਾ, ਜਿਸ ਦੇ ਪ੍ਰਭ ਨਿਰੰਕਾਰ। ਭਾਵ ਸੱਚ ਮੰਨ ਕੇ ਸੰਤੋਖ ਅਤੇ ਦਇਆ ਦਾ ਅਭਿਆਸ ਕਰਕੇ ਆਪਣੇ ਜੀਵਨ ਵਿੱਚ ਕੁਛ ਹੋ ਰਿਹਾ ਹੈ, ਉਸ ਸਬਰ ਨਾਲ ਕਬੂਲ ਕਰੋ ਅਤੇ ਦਇਆ ਦੀ ਭਾਵਨਾ ਆਪਣੇ ਅੰਦਰ ਲਿਆ ਕੇ ਆਪਣੀ ਹਉਮੈ ਨੂੰ ਤਿਆਗੋ। ਭਾਵ ਆਪਣੇ ਮਨ ਅੰਦਰੋਂ ਇਹ ਭਰਮ ਕੱਢ ਦੇਵੋ ਕਿ ਮੈਂ ਕਰਤਾ ਹਾਂ ਜਾਂ ਕੁਛ ਕਰਨ ਜੋਗਾ ਹਾਂ। ਇਹ ਸਮਝੋ ਕਿ ਕਰਤਾ ਇੱਕ ਓਂਕਾਰ ਹੈ ਜੋ ਸਾਡੇ ਵਿੱਚ ਵਿਚਰ ਕੇ ਆਪਣਾ ਖੇਡ ਰਿਹਾ ਹੈ। ਉਸ ਕਰਤੇ ਨਾਲ ਹੀ ਸਾਨੂੰ ਮਿਲਣਾ ਹੈ ਔਰ ਉਸ ਦੇ ਨਾਲ ਹੀ ਰਲਣਾ ਹੈ। ਸਤਿਗੁਰ ਦੀ ਉਪਾਸਨਾ ਦੁਆਰਾ ਹਰ ਨਾਮ ਰੂਪ ਧਨ ਸੰਚਣਾ ਚਾਹੀਦਾ ਹੈ। ਮਨੋਵਿਕਾਰਾਂ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਜਾਣਾ ਲਾਭਕਾਰੀ ਹੈ। ਅਜਿਹਾ ਕਰਨ ਨਾਲ ਸਤ, ਸੰਤੋਖ ਅਤੇ ਦਇਆ ਦੇ ਭਾਵ ਪੈਦਾ ਹੁੰਦੇ ਹਨ। ਫਿਰ ਸਰਬਤਰ ਪਰਮਾਤਮਾ ਹੀ ਚਾਰੇ ਪਾਸੇ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਅਹਿਸਾਸ ਅਤੇ ਭਾਵਨਾ ਪੈਦਾ ਹੋਏਗੀ ਅਤੇ ਚਾਰੇ ਪਾਸੇ ਉਸ ਦਾ ਪਸਾਰਾ ਹੀ ਨਜ਼ਰ ਆਵੇਗਾ। ਜੋ ਦਿਸੇ ਸੋ ਸਗਲ ਤੂੰ ਹੀ, ਪਸਰਿਆ ਪਾਸਾਰ। ਇਹੋ ਗੁਰੂ ਦਾ ਉਪਦੇਸ਼ ਅਤੇ ਸੁਖਦਾਈ ਹੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।